ਅੰਮ੍ਰਿਤਸਰ ਟਾਈਮ ਦੀ ਟੀਮ ਪਹੁੰਚ ਚੁੱਕੀ ਹੈ ਇਸ ਵੇਲੇ ਸ਼ੰਭੂ ਬਾਰਡਰ ਦੇ ਉੱਤੇ ਤੇ ਸਾਡੇ ਨਾਲ ਨੇ ਇਸ ਵੇਲੇ ਦੀਪ ਸਿੱਧੂ ਤੇ ਆਓ ਫਿਰ ਕੁਝ ਖਾਸ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਦੇ ਹਾਂ। ਦੀਪ ਸਿੱਧੂ ਦੇ ਨਾਮ ਦੇ ਉੱਤੇ ਪੰਜਾਬ ਦੇ ਵਿੱਚ ਬੜਾ ਰਿਸਪੈਕਟ ਨਾਲ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਤੁਸੀਂ ਮੋਰਚੇ ਦੇ ਵਿੱਚ ਕੁੱਦੇ ਹੋ, ਜ਼ਮੀਨ ਸਾਡੇ ਪੈਰਾਂ ਥੱਲੇ ਖਿਸਕਾਈ ਜਾ ਰਹੀ ਹੈ ਤਾਂ ਤੁਸੀਂ ਇਸ ਮੋਰਚੇ ਦੇ ਵਿੱਚ ਸਾਰੇ ਲੋਕਾਂ ਨੂੰ ਲਾਮਬੱਧ ਕੀਤਾ, ਨੌਜਵਾਨ ਪੀੜ੍ਹੀ ਨੂੰ ਲਾਮਬੱਧ ਕੀਤਾ। ਦੀਪ ਸਿੱਧੂ ਨੂੰ ਇਸ ਗੱਲ ਦਾ ਤਾਂ ਭਲੀ ਭਾਂਤੀ ਪਤਾ ਹੈ ਕਿ ਸਰਕਾਰਾਂ ਬਹੁਤ ਕੁਛ ਕਰਦੀਆਂ ਨੇ, ਸਰਕਾਰਾਂ ਜੇਲ੍ਹਾਂ ਦੇ ਵਿੱਚ ਵੀ ਸੁੱਟ ਦਿੰਦੀਆਂ ਨੇ, ਸਰਕਾਰਾਂ ਕਈ ਬੰਦੇ ਗਾਇਬ ਵੀ ਕਰ ਦਿੰਦੀਆਂ ਨੇ। ਤੁਸੀਂ ਇਹ ਸਾਰੀ ਸਿਚੁਏਸ਼ਨ ਦੇ ਲਈ ਤਿਆਰ ਹੋ? ਤੁਹਾਨੂੰ ਡਰ ਨਹੀਂ ਲੱਗਦਾ? ਦੇਖੋ ਗੱਲ ਆਏ ਆ, ਜਦੋਂ ਇਹ ਨਾ ਇੱਕ ਇਵੋਲਵ ਹੋਣਾ ਹੁੰਦਾ ਇਨਸਾਨ ਨੇ, ਹਰ ਇਨਸਾਨ ਨੇ ਇਵੋਲਵ ਹੋਣਾ, ਹਰ ਇਨਸਾਨ ਨੇ ਸੰਘਰਸ਼ ਲੜਦੇ ਵੀ ਤੁਹਾਡੇ 'ਚ ਬਹੁਤ ਦ੍ਰਿੜਤਾ ਤੇ ਨਿਸ਼ਚਾ ਆ ਜਾਂਦਾ ਹੁੰਦਾ। ਹੋ ਸਕਦਾ ਜਦੋਂ ਮੈਂ ਚੱਲਿਆ ਸੀ ਉਦੋਂ ਥੋੜਾ ਬਹੁਤ ਡਰ ਸੀ ਮੇਰੇ ਅੰਦਰ, ਪਰ ਅੱਜ ਉਹ ਦ੍ਰਿੜਤਾ ਤੇ ਜਿਹੜਾ ਨਿਸ਼ਚਾ ਮੇਰੇ ਅੰਦਰ ਜਾਂ ਜਿਹੜਾ ਸਿਦਕਾ ਉਹ ਇਹ ਆ ਵੀ ਮੈਨੂੰ ਜਿਉਂ ਲੜੀ ਜਾਂਦੇ ਆ ਤਿਉਂ ਮੈਂ ਪਰਪੱਕ ਹੋਈ ਜਾਂਦਾ ਇਸ ਗੱਲ ਲਈ ਵੀ ਕੋਈ ਨਹੀਂ ਕੱਲ੍ਹ ਨੂੰ ਕੋਈ ਲੜਦੇ ਸਾਨੂੰ ਕੁਛ ਕੁਰਬਾਨੀ ਵੀ ਦੇਣੀ ਪਵੇ ਤਾਂ ਤਿਆਰ ਰਹੀ ਜੀ। ਸੋ ਇਹ ਪਰਪੱਕਤਾ ਵੀ ਸਾਨੂੰ ਸਾਡੇ ਇਤਿਹਾਸ ਨੇ ਦੇਣੀ ਆ, ਸਾਡੇ ਫਲਸਫੇ ਨੇ ਦੇਣੀ ਆ, ਤੇ ਲੜਾਈ ਦੇ ਵਿੱਚ ਲੜਦੇ ਤੁਹਾਨੂੰ ਹੋਰ ਪਰਪੱਕਤਾ ਮਿਲ ਜਾਂਦੀ ਆ ਕਿਉਂਕਿ ਉਹ ਮਾਹੌਲ ਹੀ ਇੱਕ ਇਹੋ ਜਿਹਾ ਤੇ ਲੋਕਾਂ ਦਾ ਭਰੋਸਾ ਤੇ ਲੋਕਾਂ ਦੀ ਹੱਲਾਸ਼ੇਰੀ ਵੀ ਇਹਦੇ 'ਚ ਬਹੁਤ ਤੁਹਾਡੀ ਜਿਹੜੀ ਤੁਸੀਂ ਕਹਿੰਦੇ ਹੋ ਵੀ ਤਿਆਰੀ ਕਰਾ ਦਿੰਦੇ ਆ ਵੀ ਹੁਣ ਲੜਨ ਲਈ ਤਿਆਰ ਹੋ ਜਾਓ। ਦੇਖੋ ਜੀ, ਜਿਹੜੀ ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹ ਬੜੀ ਉਪਜਾਊ ਹੈ ਪਰ ਯੀਲਡ ਬਹੁਤ ਘੱਟ ਹੈ। ਇਹ ਸਾਰੀਆਂ ਚੀਜ਼ਾਂ ਲਿਆਉਣ ਦੇ ਲਈ ਸਾਨੂੰ ਤਬਦੀਲੀ ਲਿਆਉਣੀ ਪਊਗੀ, ਹੈ ਨਾ। ਨੈਚੁਰਲੀ ਹੈ ਕਿ ਸਾਨੂੰ ਟੈਕਨੋਲੋਜੀ ਲਿਆਉਣੀ ਪਊਗੀ ਤਾਂ ਜਦੋਂ ਉਹ ਚੀਜ਼ਾਂ ਅਸੀਂ ਲਿਆਵਾਂਗੇ ਤਾਂ ਛੋਟੇ ਕਿਸਾਨ ਖਤਮ ਹੋ ਬਹੁਤ ਤਰ੍ਹਾਂ ਦੇ ਹੋਰ ਜਿਹੜੇ ਪਹਿਲੂ ਆ ਇਹਦੇ ਨਾਲ ਅਟੈਚ ਹੁੰਦੇ ਆ। ਸੋ ਇਹਨੂੰ ਤੁਸੀਂ ਐਂ ਨਾ ਦੇਖੋ ਵੀ ਨਵੀਂ ਸਾਨੂੰ ਟੈਕਨੋਲੋਜੀ ਲਿਆਉਣੀ ਪੈਣੀ ਆ ਤੇ ਛੋਟੇ ਕਿਸਾਨ ਫੇਲ ਹੋ ਜਾਣਗੇ, ਨਹੀਂ। ਤੁਸੀਂ ਟੈਕਨੋਲੋਜੀ ਲੈ ਕੇ ਆਉਣੀ ਆ, ਯੀਲਡ ਵਧਾਉਣੀ ਆ ਤੇ ਤੁਸੀਂ ਵਾਤਾਵਰਨ ਵੀ ਨਹੀਂ ਖਰਾਬ ਕਰਨਾ ਤੇ ਵਿਕਾਸ ਵੀ ਕਰਨਾ। ਇਹ ਸਾਰਾ ਇੱਕ ਬੈਲੈਂਸ ਮੇਨਟੇਨ ਕਰੀਦਾ ਹੁੰਦਾ। ਸੋ ਇਸ ਕਰਕੇ ਕੋਈ ਇਹ ਪੱਥਰ ਤੇ ਲਕੀਰ ਨਹੀਂ ਵੀ ਹੁਣ ਆਪਾਂ ਨਵੀਂ ਟੈਕਨੋਲੋਜੀ ਲੈ ਗਏ ਤੇ ਯੀਲਡ ਵਧਾ ਦਈਏ। ਬੜਾ ਕੁਝ ਉਹਦੇ ਨਾਲ ਦੇਖਣਾ ਪੈਂਦਾ। ਗ੍ਰੀਨ ਰੈਵੋਲੂਸ਼ਨ 'ਚ ਯੀਲਡ ਹੀ ਵਧਾਈ ਸੀ ਨਾ। ਅੱਜ ਕਿੱਥੇ ਖੜੇ ਆ? ਇਨਪੁੱਟ ਕਾਸਟ ਕਿੱਡੀ ਜ਼ਿਆਦਾ ਹੋ ਗਈ ਆ, ਆਊਟਪੁੱਟ ਕਾਸਟ ਆ ਜਿਹੜੀ ਉਹ ਘੱਟ ਆ ਤੇ ਕਿਸਾਨ ਮਰੀ ਜਾਂਦੇ ਆ, ਕਿਸਾਨਾਂ ਤੇ ਕਰਜ਼ਾ। ਸੋ ਇਹਨੂੰ ਸਮਝਣ ਵਾਸਤੇ ਬੜੇ ਤਰ੍ਹਾਂ ਦੀਆਂ ਕੰਟਰਾਡਿਕਸ਼ਨਸ ਆ, ਬੜੇ ਕੌਨਫਲਿਕਟਸ ਆ, ਉਹ ਕਿਵੇਂ ਆਪਸ 'ਚ ਇੰਟਰੈਕਟ ਕਰਦੇ ਆ, ਕਿਵੇਂ ਇੰਟਰਡਿਪੈਂਡੈਂਟ ਆ। ਇਹ ਇੱਕ ਪੂਰਾ ਗੁੰਝਲਦਾਰ ਵਰਤਾਰਾ ਨਹੀਂ। ਦਰਦ ਜਿਹੜਾ ਮਹਿਸੂਸ ਕੀਤਾ ਜੀ, ਦਰਦ ਤਾਂ ਸਾਡਾ ਜਦੋਂ ਤੋਂ ਅਸੀਂ 47 ਤੋਂ ਆਜ਼ਾਦ ਹੋਏ ਆ ਉਦੋਂ ਤੋਂ ਹੀ ਸਾਡਾ ਦਰਦ ਨਾਲ ਜੁੜ ਗਿਆ। ਹੁਣ 47 ਤੋਂ ਅਸੀਂ ਆਪਦੀ ਜਿਹੜੀ ਸਿਆਸੀ ਫਰੀਡਮ ਸੀ, ਇਹਨੂੰ ਪੋਲੀਟੀਕਲ ਫਰੀਡਮ ਆ, ਸੋਸ਼ਲ ਫਰੀਡਮ ਤੇ ਸੱਭਿਆਚਾਰਕ ਫਰੀਡਮ, ਉਹਨੂੰ ਕੰਪਰੋਮਾਈਜ਼ ਕਰਤਾ। ਜਿੱਦਾਂ ਅਸੀਂ ਦਿੱਲੀ ਨੂੰ ਇਹ ਕਹਿਤਾ ਵੀ ਅਸੀਂ ਉਸ ਸੰਵਿਧਾਨ ਦੇ ਵਿੱਚ, ਉਸ ਯੂਨੀਅਨ ਦੇ ਵਿੱਚ ਅਸੀਂ ਆਪਦਾ ਟਰਸਟ ਰਿਪੋਜ਼ ਕਰਦੇ ਆ ਜਿਹੜੀ ਯੂਨੀਅਨ ਉਹਨਾਂ ਨੇ ਕ੍ਰੀਏਟ ਕੀਤੀ ਸੀ। ਪਰ ਅਸੀਂ ਉਦੋਂ ਤੋਂ ਹੀ ਸਾਡੀ ਲੀਡਰਸ਼ਿਪ ਨੇ, ਮਾਸਟਰ ਤਾਰਾ ਸਿੰਘ ਜੀ ਵਰਗਿਆਂ ਨੇ ਉਹਨਾਂ ਦੀ ਮਾਨਸਿਕਤਾ ਨਹੀਂ ਸਮਝੀ। ਜਿਉਂ ਸਾਡੇ ਨਾਲ ਉਹ ਵਾਅਦੇ ਕਰਦੇ ਰਹੇ, ਵਾਅਦਾ ਖਿਲਾਫੀ ਹੁੰਦੀ ਰਹੀ, ਉਹ ਮੁੱਕਰਦੇ ਰਹੇ ਵਾਅਦਿਆਂ ਤੋਂ। ਸੋ ਪੰਜਾਬ ਨੇ ਹੌਲੀ ਪੰਜਾਬ ਤੋਂ ਪੰਜਾਬ ਦਾ ਇਤਿਹਾਸ, ਪੰਜਾਬ ਦੀ ਮਾਂ ਬੋਲੀ, ਪੰਜਾਬ ਦੇ ਹੱਕ ਖੋਣੇ ਸ਼ੁਰੂ ਕਰਤੇ। ਇਸ ਲਈ ਅਸੀਂ ਸਮੇਂ ਤੋਂ ਵੱਡੇ ਮੋਰਚੇ ਵਿੱਢੇ ਆ। ਜੇ ਤੁਸੀਂ ਦੇਖੋ ਤਾਂ ਪੰਜਾਬੀ ਸੂਬਾ ਵੀ ਅਸੀਂ ਮੋਰਚਾ ਵਿੱਢ ਕੇ ਹੀ ਇੱਕ ਪੰਜਾਬੀ ਸੂਬਾ ਲਿਆ ਉਹਨਾਂ ਤੋਂ, ਹੈ ਨਾ। ਔਰ ਫਿਰ ਕਿਸਾਨਾਂ ਦੇ ਵੱਡੇ ਮੋਰਚੇ ਲੱਗਦੇ ਰਹੇ। ਕਿਸਾਨਾਂ ਦੇ ਮੋਰਚਿਆਂ ਦਾ ਅਸੀਂ ਦੇਖੀਏ ਜਾਂ ਉਸ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਕਿਸਾਨ ਸਾਡੇ 50 'ਚ ਜਿਹੜਾ ਮੋਰਚਾ ਲਾਉਂਦੇ ਸੀ ਜਾਂ ਸੰਘਰਸ਼ ਲੜਦੇ ਸੀ, ਉੱਥੇ ਖੇਤੀ ਉਪਜਾਂ ਦੇ ਲਾਹੇਵੰਦ ਜਿਹੜੇ ਮੁੱਲ ਆ ਜਾਂ ਫਸਲਾਂ ਦੇ ਲਾਹੇਵੰਦ ਮੁੱਲ ਆ ਉਹ ਸਰਕਾਰ ਤੋਂ ਲੈਣ ਦੇ ਮੋਰਚੇ ਲਾਉਂਦੇ ਰਹੇ। ਉਸ ਤੋਂ ਬਾਅਦ ਗ੍ਰੀਨ ਰੈਵੋਲੂਸ਼ਨ ਆਇਆ। ਗ੍ਰੀਨ ਰੈਵੋਲੂਸ਼ਨ 'ਚ ਅਸੀਂ ਜਮਾਂ ਹੀ ਆਪਦੀ ਜਿਹੜੀ ਖੁਦ ਮੁਖਤਿਆਰੀ ਉਹਨਾਂ ਦੇ ਹੱਥ 'ਚ ਦੇਤੀ ਤੇ ਅਸੀਂ ਹੋ ਗਏ ਗੁਲਾਮ, ਕਿਉਂਕਿ ਸਾਡੀ ਆਤਮ ਨਿਰਭਰਤਾ ਸੀ ਖੇਤੀ ਦੀ। ਪਹਿਲਾਂ ਪੰਜਾਬ 'ਚ ਜਿਹੜਾ ਕਿਸਾਨ ਸੀ ਜਾਂ ਪੰਜਾਬ ਦੇ ਜਿਹੜੇ ਉਦੋਂ ਲੋਕ ਸੀ ਉਹ ਸਿਰਫ ਨੂਣ ਤੇ ਚਾਹ ਹੀ ਬਾਹਰੋਂ ਮੰਗਾਉਂਦੇ ਸੀ। ਬਾਕੀ ਹਰ ਚੀਜ਼ ਲਈ, ਹਰ ਜ਼ਰੂਰਤਮੰਦ ਚੀਜ਼ ਲਈ ਉਹ ਆਤਮ ਨਿਰਭਰ ਸੀ। ਪਰ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਅਸੀਂ 2 ਫਸਲਾਂ ਦੇ ਉਹ ਜਿਹੜਾ ਸਿਸਟਮ 'ਚ ਇਹੋ ਜਿਹੇ ਫਸੇ ਤੇ ਬਾਕੀ ਜਿਹੜੀ ਆਤਮ ਨਿਰਭਰਤਾ ਸੀ ਉਹ ਵੀ ਤੇ ਖੁਦ ਮੁਖਤਿਆਰੀ ਦਿੱਲੀ ਨੂੰ ਦੇਤੀ। ਅਸੀਂ ਉਹਨਾਂ ਨੂੰ ਕਣਕ ਤੇ ਝੋਨੇ ਦੇ ਟਰੱਕ ਭੇਜਦੇ ਆ, ਉਧਰੋਂ ਉਹ ਜ਼ਰੂਰੀ ਵਸਤਾਂ ਦੇ ਟਰੱਕ ਭੇਜਦੇ ਆ। ਸੋ ਇਹਦਾ ਮਤਲਬ ਕੀ ਹੋਇਆ? ਅਸੀਂ ਇਹ ਆਤਮ ਨਿਰਭਰਤਾ ਤੋਂ ਗਏ ਪਰ ਅਗਲੀ ਗੱਲ ਅਸੀਂ ਉਹਨਾਂ ਦੇ ਗੁਲਾਮ ਇਸ ਕਰਕੇ ਹੋ ਗਏ ਜਿਹੜੀਆਂ ਉਹ ਜ਼ਰੂਰੀ ਵਸਤਾਂ ਸਾਨੂੰ ਵੇਚਦੇ ਆ ਉਹਦੇ ਮੁੱਲ ਉਹ ਤੈਅ ਕਰਦੇ ਸੀ ਤੇ ਕਿਸਾਨੀ ਦੀਆਂ ਉਪਜਾਂ ਦੇ ਮੁੱਲ ਵੀ ਉਹੀ ਤੈਅ ਕਰਦੇ ਸੀ। ਸੋ ਸਾਡੇ ਕੋਲੇ ਖੁਦ ਮੁਖਤਿਆਰੀ ਹੈ ਨਹੀਂ। ਅਸੀਂ ਲੜਦੇ ਕੀ ਰਹੇ? ਨਹੀਂ, ਮੈਂ ਆ ਰਿਹਾ। ਨਹੀਂ, ਗੱਲ ਇੱਥੇ ਹੀ ਹੈ ਨਾ। ਤੁਸੀਂ MSP ਮੰਗੀ ਜਾਂਦੇ ਹੋ, ਮੈਂ ਇੱਥੇ ਹੀ ਆ ਰਿਹਾ। ਇਹ ਖੇਤੀ ਦੀਆਂ ਉਪਜਾਂ ਦੇ ਲਾਹੇਵੰਦ ਜਿਹੜੇ
ਭਾਅ ਲੈਣ ਵਾਸਤੇ ਕਿਸਾਨਾਂ ਦੀ ਇੱਕ ਪੀੜ੍ਹੀ ਖਤਮ ਹੋ ਗਈ। ਬਿਲਕੁਲ। ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਬਣੀਆਂ ਕਿਸਾਨਾਂ ਦੇ ਹੱਕ ਜਾਂ ਉਹਨਾਂ ਦੇ ਜਿਹੜੀਆਂ ਉਹਨਾਂ ਨਾਲ ਧੱਕੇ ਹੋ ਰਹੇ ਸੀ ਉਹਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਸਤੇ ਜੀ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਰਿਆਇਤਾਂ ਮੰਗਦੇ ਵਿਰਧ ਹੋ ਗਏ। ਬਿਲਕੁਲ ਠੀਕ ਹੈ। ਫਿਰ ਰਿਆਇਤਾਂ ਦੀ ਗੱਲ ਐਂ ਚੱਲਦੀ ਰਹੀ। ਅਸੀਂ ਮਾੜੀਆਂ ਮੋਟੀਆਂ ਰਿਆਇਤਾਂ ਆਪਦੇ ਹੱਕ ਨਹੀਂ ਸਾਨੂੰ ਮਿਲਦੇ, ਰਿਆਇਤਾਂ ਮਿਲਦੀਆਂ, ਰਿਆਇਤਾਂ ਨਾਲ ਖੁਸ਼ ਹੋ ਕੇ ਹੁਣ ਅੱਜ ਜਿਹੜਾ ਉਭਾਰ ਆ ਇਹਦੇ 'ਚ ਨੌਜਵਾਨੀ ਉਨਾ ਹੀ ਉਤਸ਼ਾਹ ਨਾਲ ਹਿੱਸਾ ਲੈ ਰਹੀ ਆ ਤੇ ਅੱਗੇ ਵੀ ਆ ਰਹੇ ਆ। ਤੇ ਜੇ ਐਂ ਚੱਲਦਾ ਰਿਹਾ ਰਿਆਇਤਾਂ ਦੀ ਲੜਾਈ ਤਾਂ ਇਹ ਨੌਜਵਾਨ ਨੇ ਵੀ ਜਿਹੜਾ ਸਿੱਟਾ ਨਿਕਲਣਾ ਨੌਜਵਾਨਾਂ ਦਾ ਉਹਨਾਂ ਨੇ ਵੀ ਬਿਰਧ ਹੋ ਜਾਣਾ ਤੇ ਅਸੀਂ ਉੱਥੇ ਹੀ ਖੜੇ ਹੋਵਾਂਗੇ ਜਿੱਥੇ ਅਸੀਂ ਹੱਕ ਨਹੀਂ ਮੰਗਾਂਗੇ, ਰਿਆਇਤਾਂ ਦੀ ਲੜਾਈ ਲੜਾਂਗੇ। ਸਾਨੂੰ ਮਾੜੀਆਂ ਮੋਟੀਆਂ ਰਿਆਇਤਾਂ ਮਿਲ ਜਾਣਗੀਆਂ, ਸਾਨੂੰ ਖੁਸ਼ ਕਰ ਦੇਣਗੇ। ਪਰ ਇਹਦੇ ਨਾਲ ਕੀ ਚੱਲ ਰਿਹਾ ਤੁਸੀਂ ਕਦੇ ਵੀ ਇਹ ਸਵਾਲ ਨਹੀਂ ਕੀਤਾ ਵੀ ਇਹ ਲੜਾਈ ਐਡੇ 70-75 ਸਾਲਾਂ ਤੋਂ ਚੱਲ ਰਹੀ ਆ, ਇਹਦਾ ਸਿੱਟਾ ਕਿਉਂ ਨਹੀਂ ਨਿਕਲਿਆ, ਇਹਦੇ ਚੋਂ ਪ੍ਰਾਪਤੀ ਕਿਉਂ ਨਹੀਂ ਆ? ਕਿਉਂਕਿ ਸਾਡੇ ਹੱਥ 'ਚ ਸਾਡੇ ਫੈਸਲੇ ਲੈਣ ਦਾ ਹੱਕ ਹੀ ਨਹੀਂ ਆ। ਉਹ ਹੱਕ ਤਾਂ ਤੁਸੀਂ ਦਿੱਲੀ ਨੂੰ ਦੇਤਾ, ਜਾਂ ਦਿੱਲੀ ਨੇ ਚੁਸਤ ਚਲਾਕੀ ਨਾਲ ਤੇ ਜਾਂ ਦਿੱਲੀ ਨੇ ਸਾਡੇ ਤੇ ਧੱਕਾ ਕਰਕੇ ਖੋਹ ਲਿਆ। ਜਦੋਂ ਤੱਕ ਤੁਸੀਂ ਉਹ ਹੱਕ ਨਹੀਂ ਮੰਗੋਗੇ ਉਦੋਂ ਤੱਕ ਜੇ ਤੁਸੀਂ ਕਹੋ ਵੀ ਆਹ ਸੰਘਰਸ਼ ਇਹਦੇ 'ਚ ਕੁਝ ਪ੍ਰਾਪਤੀ ਹੋ ਜੂਗੀ ਜਾਂ ਆਉਣ ਵਾਲੇ ਸੰਘਰਸ਼ਾਂ 'ਚ ਪ੍ਰਾਪਤੀ ਹੋ ਜੂਗੀ, ਉਹ ਨਹੀਂ। ਸ਼ੰਭੂ ਬਾਰਡਰ ਤੇ ਇਸ ਵੇਲੇ ਸਾਡੇ ਨਾਲ ਨੇ ਜੀ ਸੁਖਪਾਲ ਖਹਿਰਾ ਜੀ ਤੇ ਵੱਖ-ਵੱਖ ਇਸ ਸੰਘਰਸ਼ ਦੇ ਤਹਿਤ ਉਹਨਾਂ ਨੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਰੱਖੀਆਂ ਨੇ, ਆਪਣੇ ਪੱਖ ਜਿਹੜੇ ਨੇ ਰੱਖੇ ਨੇ। ਪਰ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਤਾਂ ਖਹਿਰਾ ਸਾਹਿਬ ਮੇਰਾ ਸਵਾਲ ਜਿਹੜਾ ਉਹ ਇਹੀ ਹੈ ਕਿ ਜਿਹੜੀ ਵੀ ਪਾਰਟੀ ਆਉਂਦੀ ਹੈ ਉਹ ਦੱਸਦੀ ਹੈ ਕਿ ਸਾਡੇ ਇਤਿਹਾਸ ਦੇ ਵਿੱਚ ਕੀ ਹੋਇਆ, ਅਸੀਂ ਅੱਗੋਂ ਸਾਡੀਆਂ ਪਾਰਟੀਆਂ ਕੀ ਕਰ ਰਹੀਆਂ ਨੇ, ਪਰ ਇਹ ਨਹੀਂ ਦੱਸਦੇ ਕਿ ਹੱਲ ਕੀ ਹੈ। ਸੁਖਪਾਲ ਸਿੰਘ ਖਹਿਰਾ ਦਾ ਹੱਲ ਕੀ ਦੱਸ ਰਿਹਾ? ਅੱਜ ਦੇ ਕ੍ਰਾਈਸਿਸ ਦਾ ਜਿਹੜਾ ਹੱਲ ਹੈਗਾ ਵਾ ਉਹ ਮੈਂ ਸਮਝਦਾ ਵਾਂ ਕਿ ਉਹ ਪੁਰਾਣੀਆਂ ਟ੍ਰੈਡੀਸ਼ਨਲ ਪਾਰਟੀਆਂ ਪਿੱਟ ਚੁੱਕੀਆਂ ਨੇ। ਉਹ ਨਾ ਕਿਸਾਨੀ ਦੇ ਵਾਸਤੇ ਖੜੀਆਂ ਹੋਈਆਂ, ਨਾ ਪਾਣੀਆਂ ਲਈ ਹੋਈਆਂ, ਨਾ ਭਾਸ਼ਾ ਲਈ ਹੋਈਆਂ, ਨਾ ਉਹ ਜਿਹੜੀ ਸਿੱਖਾਂ ਦਾ ਕਤਲੇਆਮ ਹੋਇਆ ਨਾ ਉਹਦੇ ਲਈ ਹੋਈਆਂ। ਇਸ ਕਰਕੇ ਬਹੁਤ ਵੱਡਾ ਪੋਲੀਟੀਕਲ ਵੈਕਿਊਮ ਅੱਜ ਪੰਜਾਬ ਦੇ ਵਿੱਚ ਇਸ ਤੋਂ ਇਲਾਵਾ ਵੀ ਬਹੁਤ ਵੱਡਾ ਨਜ਼ਰ ਆ ਰਿਹਾ। ਔਰ ਇਹਦਾ ਕਾਰਨ ਆ ਕਿ ਸਾਡੇ ਕੋਲ ਪਿਛਲੇ 73 ਸਾਲ ਦਾ ਪੰਜਾਬ ਨਾਲ ਇੱਕ ਬਹੁਤ ਵੱਡਾ ਧੋਖੇਧੜੀ ਦੀ ਨੀਤੀ ਕੇਂਦਰ ਵੱਲੋਂ ਚਲਾਈ ਜਾ ਰਹੀ ਆ। ਇਹ ਜਿਹੜੇ 3 ਬਿੱਲ ਪਾਸ ਹੋਏ ਨੇ ਉਸੇ ਕੜੀ ਦੇ ਵਿੱਚ ਨੇ। ਉਹ ਸਾਨੂੰ ਮਿੱਥ ਕੇ ਟਾਰਗੇਟ ਬਣਾਉਂਦੇ ਨੇ, ਸਾਨੂੰ ਆਰਥਿਕ ਤੌਰ ਤੇ, ਸਾਨੂੰ ਧਾਰਮਿਕ ਤੌਰ ਤੇ ਤੇ ਸਾਨੂੰ ਸਿਆਸੀ ਤੌਰ ਤੇ ਸਾਡਾ ਲੱਕ ਤੋੜਨਾ ਚਾਹੁੰਦੇ ਨੇ। ਉਹਨਾਂ ਨੂੰ ਪਤਾ ਕਿ ਜੇ ਪੰਜਾਬ ਦੇ ਕਿਸਾਨ ਦੀ ਲੱਕ ਟੁੱਟ ਗਿਆ, ਪੰਜਾਬ ਦੇ ਕਿਸਾਨ, ਪੰਜਾਬ ਦੇ ਲੋਕਾਂ ਦਾ ਲੱਕ ਟੁੱਟ ਗਿਆ, ਸਮਝ ਲਓ ਇਸ ਦੇਸ਼ ਵਿੱਚ ਮੁੜ ਕੇ ਦਿੱਲੀ ਦੇ ਤਖਤ ਨੂੰ ਕੋਈ ਕਿਸੇ ਤਰ੍ਹਾਂ ਦਾ ਉਹਦੀ ਬਗਾਵਤ ਦੇ ਖਿਲਾਫ ਉਹਦੇ ਖਿਲਾਫ ਬਿਗਲ ਨਹੀਂ ਵਜਾਵੇਗਾ। ਕਿਉਂਕਿ ਪੰਜਾਬ ਦੇ ਬਹਾਦਰ ਲੋਕ ਮੁਗਲਾਂ, ਦੁਰਾਨੀਆਂ, ਅਬਦਾਲੀਆਂ, ਅੰਗਰੇਜ਼ਾਂ ਉਹਨਾਂ ਦੇ ਖਿਲਾਫ ਜਦ ਵੀ ਬਗਾਵਤ ਉੱਠੀ ਆ ਉਹ ਪੰਜਾਬ ਦੀ ਧਰਤੀ ਤੋਂ ਉੱਠੀ ਆ। ਇਸ ਲਈ ਉਹ ਸਾਨੂੰ ਮਿੱਥ ਕੇ ਟਾਰਗੇਟ ਬਣਾ ਕੇ ਉਹ ਸਾਨੂੰ ਖਤਮ ਕਰਨਾ ਚਾਹੁੰਦੇ ਨੇ। ਖਹਿਰਾ ਸਾਹਿਬ ਚੱਲਦੇ ਜਾਣਨਾ ਚਾਹੂੰਗੀ ਕਿ ਜਿਵੇਂ ਇਸ ਸੰਘਰਸ਼ ਨੂੰ ਢਾਹ ਲਾਉਣ ਦੇ ਲਈ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ, ਚਾਹੇ ਉਹ ਜਿਹੜੀਆਂ ਰਹਿ ਚੁੱਕੀਆਂ ਸਰਕਾਰਾਂ ਨੇ ਉਹ ਨੇ ਤੇ ਜਿਹੜੀਆਂ ਚੱਲ ਰਹੀਆਂ ਸਰਕਾਰਾਂ ਨੇ ਉਹ ਵੀ ਕੋਸ਼ਿਸ਼ ਜਿਹੜੀਆਂ ਕਰ ਰਹੀਆਂ ਨੇ। ਹੋਰ ਕੀ ਇਹੋ ਜਿਹੇ ਸੰਘਰਸ਼ ਨੂੰ ਢਾਹ ਲਾਉਣ ਦੇ ਲਈ ਜਿਹੜੇ ਰਣਨੀਤੀ ਹੈ ਤਿਆਰ ਹੋ ਸਕਦੀ ਹੈ ਜਾਂ ਤੁਸੀਂ ਲੋਕਾਂ ਨੂੰ ਸੁਚੇਤ ਕਰੋਗੇ? ਇੱਕ ਗੱਲ ਅੱਛੀ ਤਰ੍ਹਾਂ ਸਮਝ ਲਓ ਕਿ ਇਸ ਦੇਸ਼ ਵਿੱਚ ਏਜੰਸੀਆਂ ਬਹੁਤ ਕੰਮ ਕਰਦੀਆਂ ਨੇ, ਸਰਕਾਰਾਂ ਬਿਹਾਈਂਡ ਦ ਸੀਨ ਬਹੁਤ ਹੱਥਕੰਡੇ ਨੇ, ਉਹਨਾਂ ਕੋਲ ਬਹੁਤ ਸਰਮਾਇਆ ਵਾ। ਉਹ ਵੱਡੇ ਵੱਡੇ ਸੰਘਰਸ਼ਾਂ ਨੂੰ ਫੇਲ ਕਰਨ ਦੇ ਮਾਹਰ ਨੇ ਦਿੱਲੀ ਵਾਲੇ। ਉਹਨਾਂ ਨੇ ਲਾਲਡਿੰਗਾ ਦੇ, ਮਿਜ਼ੋਰਾਮ ਦੇ ਸੰਘਰਸ਼ ਨੂੰ ਫੇਲ ਕੀਤਾ, ਉਹਨਾਂ ਨੇ ਗੋਰਖਾਲੈਂਡ ਦੇ ਸੁਭਾਸ਼ ਗੇਸਿੰਗ ਦੇ ਸੰਘਰਸ਼ ਨੂੰ ਫੇਲ ਕੀਤਾ, ਉਹਨਾਂ ਨੇ ਅਸਾਮ ਗਣ ਪਰਿਸ਼ਦ ਦੇ ਪ੍ਰਫੁੱਲ ਮਹੰਤਾ ਨੂੰ ਫੇਲ ਕੀਤਾ, ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਰਾਜੀਵ ਲੌਂਗੋਵਾਲ ਅਕੋਰਡ ਕਰਕੇ ਲਿਖਤੀ ਸਮਝੌਤਾ ਕਰਕੇ ਉਹਨੂੰ ਫੇਲ ਕੀਤਾ। ਮਾਸਟਰ ਤਾਰਾ ਸਿੰਘ ਤੇ ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਨਾਲ 1959 'ਚ ਲਿਖਤੀ ਸਮਝੌਤੇ ਤੋਂ ਮੁੱਕਰੇ। ਇਸ ਕਰਕੇ ਉਹ ਹਰ ਮੁਮਕਿਨ ਕੋਸ਼ਿਸ਼ ਕਰਨਗੇ। ਉਹਨਾਂ ਨੇ ਬਾਈਬਲ ਕਲਾਂ ਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੋਰਚਾ ਫੇਲ ਕੀਤਾ। ਇਹ ਕਿਸਾਨ ਜਥੇਬੰਦੀਆਂ ਨੂੰ ਤੇ ਮੋਰਚਾ ਦੇ ਸੰਚਾਲਕ ਨੂੰ ਬਹੁਤ ਇhtiyਾਤ ਰੱਖਣਾ ਪੈਣਾ ਕਿ ਕਿਸੇ ਵੀ ਗਲਤ ਅਨਸਰ ਨੂੰ ਜਾਂ ਕਿਸੇ ਗਲਤ ਅਨਸਰ ਦੇ ਕਹਿਣ ਤੇ ਕੋਈ ਇੱਕ ਤਰਫਾ ਫੈਸਲਾ ਨਾ ਲੈ ਲੈਣ। ਜਿੱਦਾਂ ਬਾਈਬਲ ਕਲਾਂ ਦਾ ਮੋਰਚਾ ਉਠਾਤਾ ਬਿਨਾਂ ਕਿਸੇ ਮਸ਼ਵਰੇ ਤੋਂ, ਉਹ ਬਹੁਤ ਵੱਡਾ ਸਾਨੂੰ ਖਮਿਆਜ਼ਾ ਭੁਗਤਣਾ ਪਿਆ। ਉਹ ਚਾਲਾਂ ਚੱਲਣਗੇ, ਲੇਕਿਨ ਸੁਚੇਤ ਹੋਣ ਦੀ ਆਪਾਂ ਨੂੰ ਲੋੜ ਹੈ। ਸੁਖਪਾਲ ਸਿੰਘ ਖਹਿਰਾ ਜੀ ਤੁਹਾਡਾ ਬਹੁਤ ਸ਼ੁਕਰੀਆ ਕੀਮਤੀ ਸਮਾਂ। ਇਸ ਵੇਲੇ ਅਸੀਂ ਅੰਮ੍ਰਿਤਸਰ ਟਾਈਮਜ਼ ਦੀ ਪੂਰੀ ਟੀਮ ਸ਼ੰਭੂ ਬਾਰਡਰ ਤੇ ਪਹੁੰਚੇ ਹੋਏ ਤੇ ਸਾਡੇ ਨਾਲ ਇੱਕ ਜਾਣੀ ਪਹਿਚਾਣੀ ਸ਼ਖਸੀਅਤ ਤਰਸੇਮ ਸਿੰਘ ਮੋਰਾਵਾਲੀ ਜੀ ਜੁੜੇ ਹੋਏ ਨੇ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਇਹ ਗੱਲ ਕਹੀ ਕਿ ਦਿੱਲੀ ਜਿੱਤਣਾ ਕੋਈ ਸਾਡੇ ਲਈ ਔਖੀ ਗੱਲ ਜਿਹੜੀ ਆ ਉਹ ਨਹੀਂ ਹੈਗੀ। ਉਸ ਟਾਈਮ ਦਿੱਲੀ ਜਿੱਤਣਾ ਸੌਖਾ ਸੀ ਜਾਂ ਹੁਣ ਦਿੱਲੀ ਜਿੱਤਣਾ ਜਿਹੜਾ ਉਹ ਸੌਖਾ ਹੈ? ਕਿ ਅਸੀਂ ਇਹ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਦਾ ਪੰਥ ਆ, ਇਹਦੇ ਵਿੱਚ ਪਤਾ ਨਹੀਂ ਮਹਾਰਾਜ ਕੀ ਕੁੱਟ ਕੇ ਭਰ ਗਿਆ ਨਾ। ਜਦੋਂ ਕਿਤੇ ਮੋਰਚਾ ਲੱਗ ਜਾਂਦਾ, ਜਦੋਂ ਇਹ ਤੁਰ ਪੈਂਦੇ ਆ ਨਾ, ਤੁਰ ਪੈਣ ਇਕੱਠੇ ਹੋ ਕੇ, ਫੇਰ ਮੈਂ ਅੱਜ ਬੇਨਤੀ ਕਰਦਾ ਇੱਕ ਦਿਨ ਚੁਣ ਲੈਣ, ਇੱਥੇ ਸਾਰੇ ਇਕੱਠੇ ਹੋ ਜਾਈਏ, ਇਕੱਠੇ ਹੋ ਕੇ ਤੁਰ ਪਈਏ ਨਾ,
ਮਹਾਰਾਜ ਤੋਂ ਡਰ ਕੇ ਕਹਿਣਾ ਉਹ ਦਿੱਲੀ ਵਾਲਿਆਂ ਨੂੰ ਗੋਡੇ ਟੇਕਣ ਲਈ ਮਜਬੂਰ ਹੋ ਜਾਣਾ ਪਊਗਾ, ਕਿਉਂਕਿ ਇਕੱਠੇ ਹੋਇਆਂ ਦੀ ਪਾਵਰ ਬਹੁਤ ਵੱਡੀ ਆ, ਕੱਲਿਆਂ ਦੀ ਪਾਵਰ ਨਹੀਂ ਕੋਈ। ਦੇਖੋ ਇੱਕ ਪਾਸੇ ਬਾਬੇ ਕੇ ਆ ਭੈਣੇ, ਇੱਕ ਪਾਸੇ ਆ ਬਾਵਰ ਕੇ। ਬਾਬੇ ਕੇ ਬਾਵਰ ਕੇ ਦੋ ਆਪ ਕਰੇ ਪਰਮੇਸ਼ਰ ਸੂ। ਲੜਾਈ ਤਾਂ ਉਹਦੀ ਆ, ਪਰ ਜਿੱਤ ਦਾ ਸੱਚ ਹੀ ਅੰਤ। ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ, ਅੰਤ ਸੱਚ ਜਿੱਤਣਾ। ਹੁਣ ਇਹ ਆਪਾਂ ਵੇਖਣਾ ਵੀ ਅਸੀਂ ਸੱਚ ਵਾਲੇ ਪਾਸੇ ਖੜੇ ਕਿ ਝੂਠ ਵਾਲੇ ਪਾਸੇ। ਜੀ ਹੁਣ ਵੇਖੋ ਆ ਜਿਹੜੀ ਹੁਣ ਖੇਡ ਆ ਇਹ ਸੱਚ ਦੀ ਆ। ਜਦੋਂ ਇਹ ਪਤਾ ਲੱਗੇ ਵੀ ਇੱਥੇ ਸਿਰ ਧੜ ਦੀ ਬਾਜ਼ੀ ਵੀ ਲਾਉਣੀ ਪਏਗੀ, ਫਿਰ ਉਦੋਂ ਕੋਈ ਆਉਂਦੇ ਨੇ। ਪਰ ਇਹ ਮਹਾਰਾਜ ਦੀ ਕਿਰਪਾ ਇੱਥੇ ਅੱਜ ਵੀ ਆ ਵੇਖ ਤੇਰੇ ਵਰਗੀਆਂ ਭੈਣਾਂ ਨੂੰ ਵੀ ਮਹਾਰਾਜ ਲਈ ਆਇਆ, ਹੋਰ ਵੀ ਭੈਣਾਂ ਬੈਠੀਆਂ, ਬੱਚੇ ਬੈਠੇ ਸਨ, ਤੜਫ ਰੱਖਦੇ ਆਏ। ਸਰਕਾਰਾਂ ਤਾਂ ਕਹਿੰਦੀਆਂ ਜਾਓ ਨਾ, ਮਰ ਜਾਓਗੇ, ਕਿੱਡਾ ਡਰਾਇਆ। ਅਸੀਂ ਉਦਣ ਦਿਨ ਟੇਕੇ ਬੈਠੇ, ਮਹਾਰਾਜ ਨਹੀਂ ਟੇਕੇ ਬਹਿਣ ਦਿੰਦਾ। ਅੱਜ ਪੰਜਾਬ ਦੇ ਪੁੱਤ ਬਣ ਕੇ ਵੀ ਕੁਝ ਕਰਕੇ ਦਿਖਾ ਦਈਏ, ਇਕੱਠੇ ਹੋਈਏ ਹਾਲ ਦੀ ਘੜੀ ਤੇ ਮੋਰਚਾ ਫਤਿਹ ਮਹਾਰਾਜ ਕਰਨਗੇ। ਕੋਈ ਨਹੀਂ, ਦੇਰ ਸੀ ਅੰਧੇਰ ਸੀ। ਸਿੱਖ ਆਸ਼ਾਵਾਦੀ ਆ, ਨਿਰਾਸ਼ਾਵਾਦੀ ਨਹੀਂ। ਸਾਡੇ ਮੈਂ ਨਹੀਂ ਆਪਣੀ ਰਸਨਾ ਤੋਂ ਕਹਿ ਹਾਏ ਹੋਏ ਲੁੱਟੇ ਗਏ, ਮਾਰੇ ਗਏ। ਮੈਂ ਤੇ ਉਹਨਾਂ ਦੀ ਵੰਸ਼ ਆ। ਵੱਡਾ ਘੱਲੂਘਾਰਾ ਹੋ ਗਿਆ, ਲੱਖਾਂ ਦੀ ਗਿਣਤੀ 'ਚ ਸਿੰਘ ਸ਼ਹੀਦ ਹੋ ਗਏ, ਹਜ਼ਾਰਾਂ ਦੀ, ਲੱਖਾਂ ਦੀ ਕਹਿ ਲਓ, ਕਿਉਂਕਿ ਕੱਲਾ ਸਵਾ ਲੱਖ ਆ। ਇੱਕ ਸਿੰਘ ਦੀ, ਨਿਹੰਗ ਸਿੰਘ ਦੀ ਲੱਤ ਵੀ ਵੱਡੀ ਹੋਈ, ਬਾਂਹ ਵੀ ਵੱਡੀ ਹੋਈ। ਉਹਨੇ ਡਾਂਗ ਫੜੀ, ਇੱਕ ਡਾਂਗ ਦੇ ਸਹਾਰੇ, ਬਾਂਹ ਵੱਡੀ ਦੇ ਸਹਾਰੇ ਗੱਜ ਕੇ ਪਤਾ ਕੀ ਬੋਲਿਆ? ਗੱਜ ਕੇ ਅਜਗਾਰ ਜਾਵੇ, ਨਿਹਾਲ ਹੋ ਜਾਵੇ। ਫੌਜ ਫਿਰਦੀ ਸੀ, ਉਹ ਆਦੇ ਤੇ ਬੰਦੇ ਵੱਡੇ ਪਏ, ਤੂੰ ਜਕਾਰੇ ਛੱਡੀ ਜਾਣਾ। ਆਂਦਾ ਕੱਚੇ ਪਿੱਲੇ ਹੀ ਝੜੇ ਆ, ਖਾਲਸਾ ਤਿਆਰ ਵਰ ਤਿਆਰ ਆ। ਇਦਾਂ ਸਾਨੂੰ ਅੰਦਰੋਂ ਰੱਖਣਾ ਪੈਣਾ। ਤੁਹਾਡਾ ਬਹੁਤ ਸਹਿਯੋਗ ਚਾਹੀਦਾ, ਪੱਤਰਕਾਰ ਵੀਰਾਂ ਦਾ, ਛੋਟੇ ਵੱਡੇ ਸਾਰੇ ਹੀ ਅੱਜ ਡਟ ਜਾਓ। ਵੱਡਾ ਕੌਣ ਬਣਾਉਂਦਾ? ਮਹਾਰਾਜ। ਇਹ ਜਿਹੜੀਆਂ ਆ ਜੋ ਕੁਝ ਵੀ ਮੈਨੂੰ ਮਿਲਿਆ, ਮੇਰੇ ਗਾਤਰੇ ਜੋ ਲਟਕ ਰਿਹਾ, ਜੋ ਮੈਂ ਬਸਤਰ ਪਹਿਨੇ, ਜੋ ਮੇਰੇ ਦਮਾਲਾ, ਇਹ ਮਹਾਰਾਜ ਦਾ, ਇਹ ਬਾਣਾ ਪਾਤਸ਼ਾਹ ਦਾ। ਇਹ ਬੋਲੀ ਵੀ ਆਪਣੀ ਨਹੀਂ, ਇਹ ਵੀ ਉਹਦੀ ਗੁਰਮੁਖੀ। ਔਰ ਇੱਕ ਹੋਰ ਸਭ ਤੋਂ ਵੱਡੀ ਮੈਂ ਖੇਡ ਆਖਾਂ, ਜੇ ਮੋਰਾਂ ਵਾਲੀ ਉਹ ਵੀ ਮਹਾਰਾਜ ਤੇ ਮਹਾਰਾਜ ਦੇ ਪੰਥ ਨੇ ਕਰਵਾਈ ਆ। ਇਹ ਅੱਜ ਸਾਡੇ ਕੋਲੋਂ ਆਸ ਰੱਖਦੇ ਨੇ। ਕਲਾਕਾਰਾਂ ਨੂੰ ਵੀ ਬੇਨਤੀ ਆ, ਵੇਖਿਓ ਕਿਤੇ ਪਿੱਠ ਨਾ ਲਵਾ ਲਿਓ ਆਪਣੀ। ਕੱਲ ਨੂੰ ਗੱਲਾਂ ਹੋਣਗੀਆਂ ਪਰਿਆਂ ਵਿੱਚ ਵੀ ਤੁਰੇ ਸੀ ਪਿੱਛੇ ਮੁੜ ਗਏ। ਪਰ ਵੀਰ ਮੁੰਨ ਵਾਲਾ ਕੰਮ ਨਾ ਹੁਣ ਕਰਿਓ। ਆ ਗਾਹਾਂ ਕੂਤਰਾਂਗ, ਪਿੱਛਾ ਫੇਰਨਾ ਮੂੰਹ ਡੜਾ। ਅੱਗੇ ਨੂੰ ਤੁਰਨਾ, ਹਾਂ ਤੁਰਾਂਗੇ ਸਮਝ ਸੋਚ ਕੇ, 2 ਪੈਰ ਘੱਟ ਤੁਰ ਲਾਂਗੇ, ਪਰ ਮੜਕ ਦੇ ਨਾਲ ਤੁਰਾਂਗੇ, ਅਣਖ ਦੇ ਨਾਲ ਤੁਰਾਂਗੇ। ਔਰ ਜੋ ਸਾਡੇ ਕਿਸਾਨਾਂ ਦਾ, ਜੋ ਸਾਡੇ ਪੰਜਾਬ ਦਾ ਹੱਕ ਆ, ਉਹ ਹੱਕ ਤੇ ਕਿਸੇ ਨੂੰ ਡਾਕਾ ਨਹੀਂ ਮਾਰਨ ਦਿਆਂਗੇ। ਜੇ ਸਮਾਂ ਉਹੋ ਜਿਹਾ ਬਣ ਵੀ ਗਿਆ ਨਾ, ਫਿਰ ਸਿਰ ਜਾਵੇ ਤਾਂ ਜਾਵੇ, ਸਿੱਖੀ ਸਿਦਕ ਨਾ ਜਾਵੇ। ਜੇ ਤੈਨੂੰ ਰਾਜ ਕਰਨਾ ਨਹੀਂ ਆਉਂਦਾ, ਫਿਰ ਚੇਤਾ ਰੱਖੀ 19 ਵਾਰੀ ਸਾਡੇ ਵੱਡਿਆਂ ਰਾਜ ਕੀਤਾ, ਸਾਨੂੰ ਕਰਨਾ ਆਉਂਦਾ, ਫਿਰ ਅਸੀਂ ਉਹ ਕੁਝ ਵੀ ਕਰਕੇ ਵਿਖਾਵਾਂਗੇ।